ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨਾਂ ਦਾ ਅੰਦੋਲਨ ਇੱਕ ਤਰ੍ਹਾਂ ਨਾਲ ਚਰਮ ਸੀਮਾ 'ਤੇ ਪਹੁੰਚਿਆ ਹੋਇਆ ਹੈ। ਲੱਖਾਂ ਕਿਸਾਨ ਪੰਜਾਬ ਦੀ ਪਹਿਲ ਕਦਮੀ 'ਤੇ ਜਾਂ ਖਾਲਸਾ ਪੰਥ ਦੀ ਪਹਿਲ ਕਦਮੀ 'ਤੇ ਜੋ ਕੁਛ ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਜਿਹੜੀਆਂ ਰੋਕਾਂ ਲਾਈਆਂ ਗਈਆਂ ਸੀ ਸ਼ੰਭੂ ਬਾਰਡਰ ਦੇ ਉੱਤੇ, ਭਾਰਤ ਸਰਕਾਰ ਨੇ ਜਾਂ ਭਾਰਤੀ ਹਕੂਮਤ ਨੇ ਆਪਣੇ ਹੰਕਾਰ ਦੇ ਜੋ ਬਾਰਡਰ ਲਾਏ ਸਨ, ਜਦੋਂ ਖਾਲਸਾ ਪੰਥ ਨੇ ਖਾਲਸਾਈ ਜਕਾਰੇ ਛੱਡਦਿਆਂ ਉਹਨਾਂ ਰੋਕਾਂ ਨੂੰ ਤੋੜਿਆ ਅਤੇ ਖਾਲਸਾ ਪੰਥ ਦੇ ਕਾਫਲੇ ਜਿਉਂ ਵਧਣ ਲੱਗੇ ਦਿੱਲੀ ਵੱਲ, ਅਤੇ ਜਿਸ ਤਰ੍ਹਾਂ ਉਹਨਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਜਾ ਕੇ ਦਿੱਲੀ ਦੀ ਹਿੱਕ 'ਤੇ ਜਾ ਕੇ ਝੰਡੇ ਗੱਡ ਦਿੱਤੇ ਨੇ, ਉਸ ਤੋਂ ਬਾਅਦ ਉਸ ਨੂੰ ਦੇਖਦਿਆਂ ਸਮੁੱਚੇ ਭਾਰਤ ਵਿੱਚੋਂ ਔਰ ਖ਼ਾਸ ਕਰਕੇ ਹਰਿਆਣੇ ਵਿੱਚੋਂ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਉਹ ਸਿੱਖਾਂ ਦੇ ਨਾਲ, ਖਾਲਸਾ ਪੰਥ ਦੇ ਨਾਲ ਜਾਂ ਪੰਜਾਬੀ ਕਿਸਾਨਾਂ ਦੇ ਨਾਲ ਜੁੜ ਗਏ ਨੇ। ਸੋ ਉਹਨਾਂ ਦੇ ਜੁੜਨ ਤੋਂ ਬਾਅਦ ਜਿਸ ਕਿਸਮ ਦਾ ਮੋਹ ਪਿਆਰ ਅਤੇ ਜਿਸ ਕਿਸਮ ਦੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਅਹਿਸਾਸ ਕੀਤਾ ਹੈ ਹਰਿਆਣੇ ਦੇ ਕਿਸਾਨਾਂ ਨੇ ਕਿ ਪੰਜਾਬ ਵਾਲਿਆਂ ਨੇ ਸਾਨੂੰ ਇੱਕ ਰਾਹ ਦਿਖਾਇਆ ਹੈ ਔਰ ਪੰਜਾਬ ਵਾਲੇ ਸਾਡੇ ਵੱਡੇ ਭਰਾ ਨੇ। ਹੁਣ ਤੱਕ ਇਹ ਹੁੰਦਾ ਆਇਆ ਸੀ ਕਿ ਦੋਹਾਂ ਰਾਜਾਂ ਦੇ ਕਿਸਾਨਾਂ ਵਿੱਚ ਇੱਕ ਤਰ੍ਹਾਂ ਨਾਲ ਇੱਕ ਰਾਜਨੀਤਿਕ ਨੇਤਾਵਾਂ ਨੇ ਦੁਸ਼ਮਣੀ ਪੈਦਾ ਕੀਤੀ ਹੋਈ ਸੀ, ਪਰ ਜਿਸ ਤਰ੍ਹਾਂ ਦਾ ਮੋਹ, ਜਿਸ ਤਰ੍ਹਾਂ ਦਾ ਪਿਆਰ ਅੱਜ ਹਰਿਆਣੇ ਦੇ ਕਿਸਾਨਾਂ ਵਿੱਚ ਸਿੱਖ ਕਿਸਾਨਾਂ ਲਈ ਦਿਸ ਰਿਹਾ ਹੈ, ਜਿਸ ਤਰ੍ਹਾਂ ਉਹ ਦੂਰ ਦਰਾਡੇ ਤੋਂ ਸਬਜ਼ੀਆਂ, ਲੰਗਰ, ਦੁੱਧ, ਘੀ, ਪਿੰਨੀਆਂ, ਲੱਡੂ ਜੋ ਲੈ ਕੇ ਆ ਰਹੇ ਨੇ, ਉਹਨੇ ਇੱਕ ਤਰ੍ਹਾਂ ਨਾਲ ਪੰਜਾਬ ਅਤੇ ਹਰਿਆਣਾ ਨੂੰ ਸਿਧਾਂਤਕ ਤੌਰ 'ਤੇ ਇੱਕ ਕਰਨ ਦਾ ਯਤਨ ਕੀਤਾ ਹੈ। ਜੇ ਰਾਜਨੀਤਿਕ ਨੇਤਾਵਾਂ ਨੇ ਕੋਈ ਚਾਲ ਨਾ ਖੇਲੀ, ਕੋਈ ਪੈਂਤੜਾ ਨਾ ਖੇਲਿਆ, ਤਾਂ ਅਸੀਂ ਸਮਝਦੇ ਹਾਂ ਇਹ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਲਈ ਇੱਕ ਬਹੁਤ ਹੀ ਸ਼ੁਭ ਸ਼ਗਨ ਹੋਵੇਗਾ। ਸੋ ਇਹ ਜੋ ਦੁਸ਼ਮਣੀ ਭਜਨ ਲਾਲ ਨੇ, ਇੰਦਰਾ ਗਾਂਧੀ ਨੇ ਅਤੇ ਮੁੜ ਕੇ ਮੋਦੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿੱਚ ਪਾਈ ਹੋਈ ਸੀ, ਜੇ ਇਹ ਦੀਵਾਰ ਢਹਿ ਜਾਂਦੀ ਹੈ, ਜੇ ਭੱਜੀਆਂ ਬਾਹਾਂ ਮੁੜ ਤੋਂ ਗੱਲ ਨੂੰ ਆਉਂਦੀਆਂ ਨੇ, ਤਾਂ ਅਸੀਂ ਸਮਝਦੇ ਹਾਂ ਕਿ ਇਸ ਮੋਰਚੇ ਦੀ ਇਹ ਪ੍ਰਾਪਤੀ ਹੋਵੇਗੀ। ਵੱਡੀ ਗੱਲ ਜੋ ਅਸੀਂ ਅੱਜ ਕਰਨੀ ਹੈ ਇਸ ਵੀਡੀਓ ਰਾਹੀਂ ਉਹ ਇਹ ਹੈ ਕਿ ਭਾਰਤ ਸਰਕਾਰ ਨਾਲ 3 ਮੁਲਾਕਾਤਾਂ ਹੋ ਗਈਆਂ ਨੇ। ਪਿਛਲੇ ਦਿਨੀਂ ਤੀਜੀ ਮੁਲਾਕਾਤ 1 ਦਸੰਬਰ ਨੂੰ ਜੋ ਹੋਈ ਉਹ ਬੇਸਿੱਟਾ ਰਹੀ ਹੈ। ਸੋ ਉਹਦੇ ਵਿੱਚ ਭਾਰਤ ਸਰਕਾਰ ਹਾਲੇ ਵੀ ਅੜੀ ਹੋਈ ਸੀ ਵੀ ਇਹ ਜਿਹੜੇ ਬਿੱਲ ਲਿਆਂਦੇ ਗਏ ਨੇ ਇਹ ਕਿਸਾਨਾਂ ਦੇ ਫਾਇਦੇ ਲਈ ਹਨ, ਜਾਂ ਈਵਨ ਐਤਵਾਰ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਮਨ ਦੀ ਜੋ ਗੁਬਗੁਬਾਹਟ ਕੱਢੀ ਹੈ, ਜਿਸ ਨੂੰ ਉਹ ਆਪਣੇ ਮਨ ਕੀ ਬਾਤ ਕਹਿੰਦਾ ਹੈ, ਉਹਦੇ ਵਿੱਚ ਵੀ ਉਹ ਕਿਸਾਨੀ ਬਿੱਲਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ। ਹੁਣ ਇਹ ਮਸਲਾ ਜਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਜ਼ਿਆਦਾ ਵਿਰੋਧ ਦੇ ਬਾਵਜੂਦ ਜਦੋਂ ਲੱਖਾਂ ਲੋਕਾਂ ਨੇ ਦਿੱਲੀ ਨੂੰ 3 ਪਾਸਿਆਂ ਤੋਂ ਘੇਰ ਲਿਆ ਹੈ ਅਤੇ ਮਹਾਰਾਸ਼ਟਰ, ਕਰਨਾਟਕਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਕਿਸਾਨ ਆ ਕੇ ਬਾਕੀ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਘੇਰਨ ਜਾ ਰਹੇ ਨੇ, ਤਾਂ ਇਸ ਦੇ ਬਾਵਜੂਦ ਵੀ ਭਾਰਤ ਸਰਕਾਰ ਅੜੀ ਕਿਉਂ ਹੋਈ ਹੈ? ਵੱਡੇ ਸਵਾਲਾਂ ਦਾ ਸਵਾਲ ਅੱਜ ਕੱਲ੍ਹ ਅਤੇ ਇਸ ਵੇਲੇ ਇਹ ਆ ਰਿਹਾ ਹੈ। ਸੋ ਜੇ ਇਸ ਸਮੁੱਚੇ ਘਟਨਾਕ੍ਰਮ ਦੀਆਂ ਇਸ ਸਵਾਲ ਦੀ ਸਿਧਾਂਤਕ ਵਿਆਖਿਆ ਵਿੱਚ ਜਾਈਏ ਤਾਂ ਸਮਝ ਆਉਂਦਾ ਹੈ, ਜਦੋਂ ਤੁਸੀਂ ਜਿਹੜੇ ਸੱਜਣ ਟਵਿੱਟਰ 'ਤੇ ਜਾਂ ਜਿਹੜੇ ਹਾਇਰ ਲੈਵਲ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ 'ਤੇ ਕਾਫੀ ਜ਼ਿਆਦਾ ਸਰਗਰਮ ਨੇ, ਉਹਨਾਂ ਵਿੱਚੋਂ ਕੁਛ ਆਪਣੇ ਸਿੰਘ ਵੀਰ ਜਿਹੜੇ ਕਿ ਪੱਤਰਕਾਰ ਨੇ, ਉਹਨਾਂ ਨੇ ਜੋ ਸਾਨੂੰ ਸਾਰਾ ਬਰਤਾਂਤ ਦੱਸਿਆ ਹੈ, ਉਹਦੇ ਵਿੱਚ ਤੁਸੀਂ ਦੇਖੋ ਜਿਹੜਾ ਅਲੀਟ ਹਿੰਦੂ ਹੈ, ਜਿਹੜਾ ਉੱਚ ਵਰਗ ਦਾ ਹਿੰਦੂ ਹੈ, ਜਿਹੜਾ ਸੱਤਾ ਨਾਲ ਜੁੜਿਆ ਹੋਇਆ ਹੈ, ਉਹਦੇ ਟਵੀਟਸ ਵਿੱਚੋਂ ਇੱਕ ਝਲਕ ਮਿਲ ਰਹੀ ਹੈ ਕਿ ਭਾਰਤ ਵਿੱਚ ਆਰਥਿਕ ਤੌਰ 'ਤੇ ਵੱਡੀਆਂ ਮੁਸੀਬਤਾਂ ਆਉਣ ਵਾਲੀਆਂ ਹਨ। ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਜਿਸ ਕਿਸਮ ਦੀ ਸਰਗਰਮੀ ਕੀਤੀ ਜਾ ਰਹੀ ਹੈ, ਬੇਸ਼ੱਕ ਉਹ ਬੜੇ ਬੋਚ ਕੇ ਆਪਣੇ ਸ਼ਬਦ ਪ੍ਰਗਟ ਕਰ ਰਹੇ ਹਨ, ਪਰ ਉਹਨਾਂ ਟਵੀਟਸ ਤੋਂ ਜਿਹੜਾ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਭਾਰਤ ਆਰਥਿਕ ਤੌਰ 'ਤੇ ਵੱਡੇ ਸੰਕਟ ਦਾ ਸਾਹਮਣਾ ਕਰਨ ਜਾ ਰਿਹਾ ਹੈ। ਉਹਨਾਂ ਸੱਜਣਾਂ ਦੇ ਟਵੀਟਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਸਰਕਾਰ ਨੇ ਜਿਹੜਾ RBI ਦਾ ਰਿਜ਼ਰਵ ਅਕਾਊਂਟ ਹੁੰਦਾ ਹੈ, ਐਮਰਜੈਂਸੀ ਫੰਡ ਹੁੰਦਾ ਹੈ, ਕਿਸੇ ਜੰਗ ਲੱਗ ਜੇ ਜਾਂ ਆਫਤ ਆ ਜੇ, ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਹੈ ਜੋ ਉਹ ਖਰਚ ਲਿਆ ਹੋਇਆ ਹੈ। ਆਪਾਂ ਦੇਖਿਆ ਹੈ ਪਿਛਲੇ ਦਿਨਾਂ ਦੌਰਾਨ ਵੱਡੀ ਪੱਧਰ ਤੇ ਹਥਿਆਰ ਖਰੀਦੇ ਗਏ ਹਨ। $5 ਬਿਲੀਅਨ 5 ਅਰਬ ਡਾਲਰ ਦੇ ਜਿਹੜਾ ਡਿਫੈਂਸ ਸਿਸਟਮ ਆ ਉਹ ਰੂਸ ਤੋਂ ਖਰੀਦਿਆ ਗਿਆ ਹੈ। ਉਸ ਤੋਂ ਬਾਅਦ $7 ਬਿਲੀਅਨ ਦੇ ਹਥਿਆਰ ਆ ਜਿਹੜੇ
ਉਹ ਅਮਰੀਕਾ ਤੋਂ ਜਿਹੜਾ ਸੈਟੇਲਾਈਟ ਸਿਸਟਮ ਆ ਉਹ ਖਰੀਦਿਆ ਗਿਆ। ਉਹ ਤੋਂ ਬਿਨਾਂ UAE ਨਾਲ ਲੱਖਾਂ ਹੀ ਬੰਦੂਕਾਂ ਦਾ ਸਮਝੌਤਾ ਕੀਤਾ ਗਿਆ ਹੈ। ਸੋ ਹੋਰ ਇਸ ਤਰ੍ਹਾਂ ਰਾਈਫਲ ਦਾ ਸਮਝੌਤਾ ਕੀਤਾ ਗਿਆ ਹੈ। ਸੋ ਆਰਥਿਕ ਤੌਰ 'ਤੇ ਦੇਸ਼ ਵਿੱਚ ਆਰਥਿਕ ਮੰਦੀ ਆ ਜਿਹੜਾ ਰਿਸੈਸ਼ਨ ਹੈ ਉਹ ਸ਼ੁਰੂ ਹੋ ਗਿਆ ਹੈ। ਅਤੇ ਇਹ ਰਿਸੈਸ਼ਨ ਜਦੋਂ ਸਾਲ 1.5 ਸਾਲ ਤੱਕ ਪਹੁੰਚੇਗਾ, ਉਸ ਵੇਲੇ ਜਦੋਂ ਵੱਡੇ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਤਾਂ ਉਸ ਨਾਲ ਦੇਸ਼ ਵਿੱਚ ਹੋਰ ਹਾਹਾਕਾਰ ਵਿੱਚ ਮਚੇਗੀ। ਹੁਣ ਭਾਰਤ ਸਰਕਾਰ ਵਰਲਡ ਬੈਂਕ ਅਤੇ IMF ਤੋਂ ਕਰਜ਼ੇ ਲੈਣ ਵੱਲ ਉਤਸ਼ਾਹਿਤ ਹੈ। ਵੈਸੇ ਤਾਂ ਲਗਾਤਾਰ ਇਹ ਕਰਜ਼ੇ ਲਏ ਜਾ ਰਹੇ ਨੇ। ਸੋ ਵਰਲਡ ਬੈਂਕ ਅਤੇ IMF ਆ ਜੋ ਉਹ ਕੋਈ ਸਹਾਇਤਾ ਦੇ ਕੇਂਦਰ ਨਹੀਂ ਹਨ। ਉਹਨਾਂ ਦੇ ਆਪਣੇ ਨਿਸ਼ਾਨੇ ਹਨ, ਆਪਣੇ ਟੀਚੇ ਹਨ, ਜਾਂ ਵੱਡੇ ਮੁਲਕਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹ ਵਰਲਡ ਬੈਂਕ ਅਤੇ IMF ਦੇ ਮਗਰ ਕੰਮ ਕਰਦੀਆਂ ਨੇ। ਸੋ ਉਹ ਜਿਹੜੇ IMF ਅਤੇ ਵਰਲਡ ਬੈਂਕ ਆ ਉਹ ਦੁਨੀਆ ਭਰ ਦੇ ਵੱਡੀਆਂ ਕਾਰਪੋਰੇਸ਼ਨਸ ਆ, ਜਿਹੜੇ ਕਾਰਪੋਰੇਟ ਅਦਾਰੇ ਨੇ, ਉਹਨਾਂ ਦੇ ਹੱਕ ਵਿੱਚ ਭੁਗਤਦੀਆਂ ਨੇ। ਸੋ ਉਹ ਦੁਨੀਆ ਭਰ ਨੂੰ ਇੱਕ ਮੰਡੀ ਬਣਾਉਣਾ ਚਾਹੁੰਦੇ ਨੇ, ਅਤੇ ਦੁਨੀਆ ਭਰ ਵਿੱਚ ਮੰਡੀ ਬਣਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਉਹਨਾਂ ਨੂੰ ਸਸਤੀ ਲੇਬਰ ਦੀ ਹੈ। ਉਹ ਚਾਹੁੰਦੇ ਆ ਕਿ ਦੁਨੀਆ ਦਾ ਹਰ ਵਸਿੰਦਾ ਇੱਕ ਲੇਬਰ ਬਣ ਜਾਵੇ। ਸੋ ਕਾਰਪੋਰੇਟ ਨੂੰ ਜੇ ਕੋਈ ਫਾਇਦਾ ਹੁੰਦਾ ਹੈ ਤਾਂ ਉਹ ਸਸਤੀ ਲੇਬਰ ਦੇ ਆਧਾਰ 'ਤੇ ਹੁੰਦਾ ਹੈ, ਕਿਉਂਕਿ ਖਾਸ ਕਰਕੇ ਪੱਛਮੀ ਮੁਲਕਾਂ ਵਿੱਚ ਉਹਨਾਂ ਨੂੰ ਜਿਨ੍ਹਾਂ ਕੰਮਾਂ ਦੇ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ, ਤੀਜੀ ਦੁਨੀਆ ਦੇ ਮੁਲਕਾਂ ਵਿੱਚ ਉਹਦਾ 1/4 ਵੀ ਨਹੀਂ ਦੇਣਾ ਪੈਂਦਾ। ਸੋ ਜੇ ਇੰਗਲੈਂਡ ਵਿੱਚ ਕਿਸੇ ਕੰਮ ਲਈ 400 ਪਾਉਂਡ ਹਫ਼ਤੇ ਦਾ ਦਿੱਤਾ ਜਾਂਦਾ ਹੈ ਤਾਂ ਭਾਰਤ ਵਿੱਚ ਉਹ ਕੰਮ 100 ਪਾਉਂਡ ਮਹੀਨੇ ਦੇ ਆਧਾਰ 'ਤੇ ਕਰਵਾ ਲਿਆ ਜਾਂਦਾ ਹੈ। ਸੋ ਇੰਨਾ ਜ਼ਿਆਦਾ ਫਾਇਦਾ ਜਿਹੜਾ ਕਾਰਪੋਰੇਟ ਤੀਜੇ ਮੁਲਕਾਂ ਦੀ ਦੁਨੀਆ ਵਿੱਚ ਜਾ ਕੇ ਲੇਬਰ ਪੈਦਾ ਕਰਕੇ ਕਰਦੇ ਹਨ। ਸੋ ਭਾਰਤ ਸਰਕਾਰ ਨੇ ਇਹ ਕਿਸਾਨੀ ਬਿੱਲ ਲਿਆਉਣ ਦੇ ਨਾਲ ਇਹ ਤੋਂ ਪਹਿਲਾਂ ਜਿਹੜਾ ਮਜ਼ਦੂਰਾਂ ਬਾਰੇ ਕਾਨੂੰਨ ਆ ਉਹ ਲਿਆਂਦਾ ਸੀ, ਜਿਹੜਾ ਕਿ ਕਾਨੂੰਨ ਬਣ ਗਿਆ ਹੋਇਆ। ਸੋ ਮਜ਼ਦੂਰਾਂ ਬਾਰੇ ਕਾਨੂੰਨ ਇਹ ਹੈ ਵੀ ਅੱਗੇ ਜਿਹੜਾ ਕੋਈ ਕਿਸੇ ਨੌਕਰੀ 'ਤੇ ਲੱਗਦਾ ਸੀ ਉਹਨੂੰ ਕਾਨੂੰਨੀ ਤੌਰ 'ਤੇ ਸੇਫਟੀ ਜਾਂ ਸੁਰੱਖਿਆ ਮਿਲੀ ਹੋਈ ਸੀ ਕਿ ਮਾਲਕ ਹੈ ਜਿਹੜਾ ਉਹਨੂੰ ਨੌਕਰੀ ਤੋਂ ਨਹੀਂ ਕੱਢ ਸਕਦਾ, ਉਹ ਅਦਾਲਤ ਵਿੱਚ ਜਾ ਸਕਦਾ ਸੀ, ਆਪਣੀ ਨੌਕਰੀ ਬਹਾਲ ਰੱਖ ਸਕਦਾ ਸੀ। ਪਰ ਹੁਣ ਜੋ ਮਜ਼ਦੂਰਾਂ ਦਾ ਨਵਾਂ ਕਾਨੂੰਨ ਬਣਾਇਆ ਗਿਆ ਹੈ IMF ਅਤੇ ਵਰਲਡ ਬੈਂਕ ਦੇ ਦਬਾਅ ਅਧੀਨ, ਉਹਦੇ ਵਿੱਚ ਇਹ ਗੱਲ ਸਪਸ਼ਟ ਸਾਫ਼ ਕਰ ਦਿੱਤੀ ਗਈ ਹੈ ਵੀ ਕੋਈ ਵੀ ਮਾਲਕ ਕਿਸੇ ਵੀ ਮਜ਼ਦੂਰ ਨੂੰ ਕਿਸੇ ਵੀ ਵੇਲੇ ਕੱਢ ਸਕਦਾ ਹੈ। ਉਹ ਕੋਈ ਵੀ ਬਹਾਨਾ ਲਾ ਕੇ ਵੀ ਕੰਮ ਘੱਟ ਹੈ, ਮੇਰੇ ਕੋਲ ਮਜ਼ਦੂਰ ਜ਼ਿਆਦਾ ਨੇ, ਜਾਂ ਪੈਸੇ ਨਹੀਂ ਹੈਗੇ। ਸੋ ਲੱਖਾਂ ਕਿਸਮ ਦੇ ਬਹਾਨੇ ਆ ਜਿਹੜੇ ਕਾਰਪੋਰੇਟ ਨੂੰ ਦੇ ਦਿੱਤੇ ਗਏ ਨੇ। 1 ਮਿੰਟ ਵਿੱਚ ਕਾਰਪੋਰੇਟ ਆ ਜਿਹੜਾ ਸ਼ਾਮ ਨੂੰ ਅਗਲੇ ਨੂੰ ਘਰ ਤੋਰ ਸਕਦਾ ਵੀ ਕੱਲ੍ਹ ਨੂੰ ਕੰਮ 'ਤੇ ਨਾ ਆਈ। ਸੋ ਭਾਰਤ ਵਿੱਚ ਜੋ ਲੇਬਰ ਕਾਨੂੰਨ ਵੱਡੇ ਸੰਘਰਸ਼ ਤੋਂ ਬਾਅਦ ਬਣਾਇਆ ਗਿਆ ਸੀ, ਜਿਹਦੇ ਵਿੱਚ ਲੇਬਰ ਦੀ ਇੱਕ ਤਰ੍ਹਾਂ ਨਾਲ ਸੁਰੱਖਿਆ ਸੀ ਕੰਮ ਦੀ, ਉਹ ਖਤਮ ਕਰ ਦਿੱਤੀ ਗਈ ਹੈ। ਉਹ ਤੋਂ ਬਾਅਦ ਕਾਰਪੋਰੇਟ ਦਾ ਅਗਲਾ ਨਿਸ਼ਾਨਾ ਖੇਤੀ ਖੇਤਰ ਹੈ। ਸੋ ਕਾਰਪੋਰੇਟਸ ਨੂੰ ਚਾਹੀਦਾ ਹੈ ਕਿ ਜੋ ਖੇਤੀ ਖੇਤਰ ਵਿੱਚ ਭਾਰਤ ਦੀ ਵੱਡੀ ਆਬਾਦੀ ਹੈ ਜਿਹੜੀ ਜੁਟੀ ਹੋਈ ਹੈ, ਸੋ ਕਾਰਪੋਰੇਟ ਦੇ ਮਨ ਨੂੰ ਉਹ ਨਹੀਂ ਭਾਉਂਦੀ। ਉਹ ਜਿਹੜੀ ਆਬਾਦੀ ਹੈ ਉਹ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ, ਆਪਣੇ ਖੇਤਾਂ ਵਿੱਚ ਕੰਮ ਕਰਦੀ ਹੈ, ਆਪ ਦੀ ਉਪਜ ਪਹੁੰਚਾਉਂਦੀ ਹੈ ਅਤੇ ਆਪ ਵੇਚਦੀ ਵੱਟਦੀ ਹੈ। ਬੇਸ਼ੱਕ ਉਸ ਵਿੱਚ ਘਾਟੇ ਨੇ, ਖੁਦਕੁਸ਼ੀਆਂ ਨੇ, ਕਰਜ਼ੇ ਨੇ, ਪਰ ਇਸ ਦੇ ਬਾਵਜੂਦ ਵੀ ਉਹ ਜਿਹੜਾ ਕਿਸਾਨ ਹੈ ਉਹ ਇੱਕ ਤਰ੍ਹਾਂ ਨਾਲ ਆਪਣੇ ਵਕਤ ਨਾਲ ਕੰਮ ਕਰਦਾ ਹੈ, ਆਪਣੀ ਤਮੰਨਾ ਨਾਲ ਕੰਮ ਕਰਦਾ ਹੈ, ਆਪਣੀ ਰੀਝ ਨਾਲ ਕੰਮ ਕਰਦਾ ਹੈ। ਕਾਰਪੋਰੇਟਸ ਨੂੰ ਇਹ ਗੱਲ ਮਨਜ਼ੂਰ ਨਹੀਂ ਹੈ। ਕਾਰਪੋਰੇਟਸ ਚਾਹੁੰਦੇ ਆ ਕਿ ਭਾਰਤ ਦੇ ਸਮੁੱਚੇ ਕਿਸਾਨ ਆ ਜਿਹੜੇ ਉਹ ਮਜ਼ਦੂਰਾਂ ਵਿੱਚ ਤਬਦੀਲ ਕਰ ਦਿੱਤੇ ਜਾਣ। ਇਸ ਲਈ ਕਾਰਪੋਰੇਟਸ ਦਾ ਵੱਡੀ ਪੱਧਰ 'ਤੇ ਮੋਦੀ ਸਰਕਾਰ 'ਤੇ ਦਬਾਅ ਪਿਆ ਹੋਇਆ ਹੈ। ਜਿਸ ਤਰ੍ਹਾਂ ਬਿਹਾਰ ਤੋਂ ਅਤੇ UP ਤੋਂ ਜਿਹੜੇ ਭਈਏ ਪੰਜਾਬ ਵਿੱਚ ਕੰਮ ਕਰਨ ਆਉਂਦੇ ਹਨ, ਅਸਲ ਵਿੱਚ ਉਹ ਵੀ ਜ਼ਿਮੀਂਦਾਰ ਹਨ। ਉਹਨਾਂ ਕੋਲ 5-5, 4-4, 3-3, 2-2 ਕਿੱਲੇ ਜ਼ਮੀਨ ਹੈਗੀ ਹੈ, ਪਰ ਉੱਥੇ ਉਹਨਾਂ ਨੇ ਮੰਡੀ ਦਾ ਸਿਸਟਮ ਇਸ ਤਰ੍ਹਾਂ ਦਾ ਕਰ ਦਿੱਤਾ ਵੀ ਅਸੁਰੱਖਿਅਤ ਆ, ਪੰਜਾਬ ਅਤੇ ਹਰਿਆਣੇ ਵਾਂਗ ਸੁਰੱਖਿਅਤ ਨਹੀਂ ਹੈ। ਸੋ ਉਹਨਾਂ ਨੂੰ ਜਿਹੜੇ ਕਾਰਪੋਰੇਟਸ ਨੇ, ਜਿਹੜੇ ਵਪਾਰੀ ਨੇ, ਉਹ ਕੌਡੀਆਂ ਦੇ ਭਾਅ ਉਹਨਾਂ ਦੀ ਉਪਜ ਆ ਜਿਹੜੀ ਖਰੀਦਦੇ ਆ। ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ, UP ਦੇ ਪੂਰਨਪੁਰ ਇਲਾਕੇ ਦੀ ਵੀਡੀਓ ਹੈ। ਉਹਦੇ ਵਿੱਚ ਉਸ ਪੂਰਨਪੁਰ ਇਲਾਕੇ ਵਿੱਚ ਜ਼ਿਆਦਾ ਪੰਜਾਬੀ ਕਿਸਾਨ ਰਹਿੰਦੇ ਹਨ। ਉਹਨਾਂ ਦੀਆਂ ਟਰਾਲੀਆਂ ਝੋਨੇ ਦੀਆਂ ਕਈ ਦਿਨਾਂ ਤੋਂ ਖੜੀਆਂ ਨੇ, ਉਹ ਆਪਣੇ ਟਰੈਕਟਰ ਵੀ ਲਾ ਕੇ ਲੈ ਗਏ ਨੇ, ਕੋਈ ਉਹਨਾਂ ਦਾ ਝੋਨਾ ਨਹੀਂ ਖਰੀਦ ਰਿਹਾ। ਲਗਾਤਾਰ ਉਹ ਵਿਚਾਰੇ ਖੜ੍ਹੇ ਨੇ, ਕੋਈ ਝੋਨੇ ਦੀ ਟਰਾਲੀ ਦੇ ਉੱਤੇ ਹੀ ਮੰਜੇ ਢਾਹ ਕੇ ਬੈਠੇ ਨੇ ਹਫ਼ਤਾ 10-10 ਦਿਨ। ਫਿਰ ਜਦੋਂ ਖੱਜਲ ਖੁਆਰ ਹੋ ਜਾਂਦੇ ਆ, ਫਿਰ ਉਹ ਕੌਡੀਆਂ ਦੇ ਭਾਅ ਆਪਣੀ ਉਪਜ ਵੇਚ ਕੇ, ਅਤੇ ਉਹ ਉਪਜ ਜਿਹੜੀ 500-600 ਰੁਪਏ ਕੁਆਂਟਲ ਦੇ ਹਿਸਾਬ ਨਾਲ UP 'ਚੋਂ ਖਰੀਦੀ ਜਾਂਦੀ ਹੈ,
ਉਹ ਪੰਜਾਬ ਵਿੱਚ ਆ ਕੇ 1700 ਰੁਪਏ ਕੁਇੰਟਲ ਜਿਹੜਾ ਵਪਾਰੀ ਵੇਚਦਾ। ਸੋ ਸਿਰਫ ਟਰਾਂਸਪੋਰਟੇਸ਼ਨ ਦਾ ਕਾਰਜ ਕਰਕੇ ਹੀ ਵਪਾਰੀ 1000 ਰੁਪਈਆ ਪ੍ਰਤੀ ਕੁਇੰਟਲ ਤੋਂ ਵੱਧ ਕਮਾ ਰਿਹਾ ਹੈ। ਸੋ ਇਹ ਕਾਰਪੋਰੇਟ ਦਾ ਇੱਕ ਧੰਦਾ ਚੱਲ ਰਿਹਾ ਹੈ। ਹੁਣ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ, ਵਰਲਡ ਬੈਂਕ ਅਤੇ IMF ਦੇ ਦਬਾਅ ਅਧੀਨ ਉਹਨਾਂ ਦਾ ਇਹ ਦਬਾਅ ਪਿਆ ਹੋਇਆ ਹੈ ਕਿ ਭਾਰਤ ਦੇ ਕਿਸਾਨਾਂ ਨੂੰ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਮਜ਼ਦੂਰਾਂ ਵਿੱਚ ਤਬਦੀਲ ਕੀਤਾ ਜਾਵੇ। ਜਿਸ ਤਰ੍ਹਾਂ ਯੂਪੀ ਅਤੇ ਬਿਹਾਰ ਦੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਮਜ਼ਦੂਰਾਂ ਦੇ ਰੂਪ ਵਿੱਚ ਪੰਜਾਬ ਵਿੱਚ ਵਾੜ ਦਿੱਤਾ ਗਿਆ ਹੈ। ਸੋ ਸਸਤੀ ਲੇਬਰ ਕਾਰਪੋਰੇਟਸ ਦਾ ਇੱਕ ਲਾਹੇਵੰਦ ਧੰਦਾ ਹੈ। ਜਦੋਂ ਵੀ ਭਾਰਤ ਸਰਕਾਰ IMF ਤੋਂ ਜਾਂ ਵਰਲਡ ਬੈਂਕ ਤੋਂ ਅਗਲਾ ਕਰਜ਼ਾ ਲੈਣ ਦਾ ਲਈ ਅਰਜ਼ੀ ਪਾਉਂਦੀ ਹੈ ਤਾਂ ਉਹ ਉਹਨਾਂ ਤੋਂ ਇਹ ਪੁੱਛਦੀ ਆ ਵੀ ਜਿਹੜਾ ਅਸੀਂ ਦਬਾਅ ਪਾਇਆ ਸੀ, ਜਿਹੜੀਆਂ ਅਸੀਂ ਸੁਝਾਅ ਦਿੱਤੇ ਸੀ ਵੀ ਮਜ਼ਦੂਰ ਬਣਾਉਣ ਦੇ, ਕਿਸਾਨੀ ਨੂੰ ਤਬਾਹ ਕਰਨ ਦੇ ਜਾਂ ਮਜ਼ਦੂਰਾਂ ਨੂੰ ਤਬਾਹ ਕਰਨ ਦੇ, ਤੁਸੀਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਕਾਰਜ ਕੀਤਾ ਹੈ ਜਾਂ ਤੁਹਾਡੀ ਕਿਸ ਤਰ੍ਹਾਂ ਦੀ ਸਰਗਰਮੀ ਹੋਈ ਹੈ। ਸੋ ਭਾਰਤ ਸਰਕਾਰ ਨੂੰ ਅਗਲਾ ਕਰਜ਼ਾ ਲੈਣ ਲਈ ਇਹ ਦੱਸਣਾ ਪੈਂਦਾ ਹੈ ਕਿ ਅਸੀਂ ਇੰਨੇ ਜਿਹੜੇ ਸਖਤ ਕਾਨੂੰਨ ਬਣਾ ਦਿੱਤੇ ਆ ਜਿਹੜੇ ਕਾਰਪੋਰੇਟਸ ਦੇ ਹੱਕ ਵਿੱਚ ਹਨ। ਹੁਣ ਮੋਦੀ ਸਰਕਾਰ ਇਸ ਚੱਕਰ 'ਚ ਫਸੀ ਹੋਈ ਹੈ ਵੀ ਆਰਥਿਕ ਤੌਰ 'ਤੇ ਮੁਲਕ ਆ ਜਿਹੜਾ ਉਹ ਮੰਦਹਾਲੀ ਵੱਲ ਜਾ ਰਿਹਾ ਹੈ। ਜਿਹੜੇ ਰਿਜ਼ਰਵ ਬੈਂਕ ਦੇ ਆ ਰਿਜ਼ਰਵ ਫੰਡ ਸੀਗੇ ਉਹਨਾਂ ਵਿੱਚੋਂ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਹ ਖਾ ਲਿਆ ਹੋਇਆ ਹਥਿਆਰਾਂ ਦੀ ਚਕਾਚੌਂਧ 'ਚ ਜਾਂ ਹੋਰ ਘਪਲੇਬਾਜ਼ੀਆਂ 'ਚ ਕਿੱਥੇ ਗਿਆ ਉਹਦਾ ਤਾਂ ਆਡਿਟ ਕਰਕੇ ਪਤਾ ਲੱਗੇਗਾ। ਪਰ ਜਿਹੜਾ ਉੱਚ ਵਰਗ ਦਾ ਹਿੰਦੂ ਅਲੀਟ ਵਰਗ ਹੈ ਉਹਦੇ ਟਵਿੱਟਰ 'ਤੇ ਜੋ ਸਰਗਰਮੀ ਹੋ ਰਹੀ ਹੈ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਆਰਥਿਕ ਤੌਰ 'ਤੇ ਭਾਰਤ ਨੂੰ ਅਗਲੇ ਸਾਲਾਂ ਦੌਰਾਨ ਬਹੁਤ ਵੱਡੇ ਝਟਕੇ ਲੱਗਣ ਵਾਲੇ ਹਨ। ਸੋ IMF ਅਤੇ ਵਰਲਡ ਬੈਂਕ ਵਾਲਾ ਰਾਹ ਖੁੱਲ੍ਹਾ ਰੱਖਣ ਲਈ ਤਾਂ ਕਿ ਹੋਰ ਜ਼ਿਆਦਾ ਕਰਜ਼ੇ ਲਏ ਜਾ ਸਕਣ, ਮੋਦੀ ਸਰਕਾਰ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਵੀ ਕਿਸਾਨਾਂ ਦੀ ਸੰਘੀ ਨੱਪੜ 'ਤੇ ਆਈ ਹੋਈ ਹੈ। ਸੋ ਇਸ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਐਡਾ ਵੱਡਾ ਸੰਘਰਸ਼ ਹੋ ਰਿਹਾ ਹੈ। ਇੰਨੇ ਜ਼ਿਆਦਾ ਸੰਘਰਸ਼ ਦੇ ਬਾਵਜੂਦ ਵੀ ਜੇ ਪ੍ਰਧਾਨ ਮੰਤਰੀ ਨਵੇਂ ਕਾਨੂੰਨਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਜਾਂ ਉਹਦੇ ਮੰਤਰੀ ਜਾਂ ਉਹਨਾਂ ਦਾ ਪਾਲਿਆ ਹੋਇਆ ਮੀਡੀਆ ਸਪਸ਼ਟ ਐਲਾਨ ਕਰ ਰਿਹਾ ਹੈ ਕਿ ਕਾਨੂੰਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ, ਕੋਈ ਹੋਰ ਗੱਲ ਹੈ ਤਾਂ ਦੱਸੋ। ਸੋ ਇਸ ਕਿਸਮ ਦੀ ਜਿਹੜੀ ਆਕੜ ਹੈ, ਇਸ ਕਿਸਮ ਦੀ ਜੋ ਧਮਕੀ ਹੈ ਜਾਂ ਇਸ ਕਿਸਮ ਦੀ ਜੋ ਤਾਨਾਸ਼ਾਹੀ ਹੈ ਉਹ ਇਸੇ ਕਰਕੇ ਹੋ ਰਹੀ ਹੈ ਕਿ ਵਰਲਡ ਬੈਂਕ ਅਤੇ IMF ਆ ਜਿਹੜਾ ਉਹ ਲਗਾਤਾਰ ਮੋਦੀ ਸਰਕਾਰ 'ਤੇ ਜਾਂ ਹੋਰ ਵੀ ਤੀਜੇ ਮੁਲਕਾਂ ਦੀਆਂ ਸਰਕਾਰਾਂ 'ਤੇ ਇਹ ਦਬਾਅ ਪਾ ਰਿਹਾ ਹੈ ਕਿ ਜੇ ਤੁਸੀਂ ਕਿਸਾਨੀ ਨੂੰ ਮਜ਼ਦੂਰਾਂ ਵਿੱਚ ਨਾ ਬਦਲਿਆ, ਜੇ ਕਿਸਾਨੀ ਮਜ਼ਦੂਰਾਂ ਵਿੱਚ ਤਬਦੀਲ ਨਾ ਹੋਈ ਤਾਂ ਇਹ ਸਾਡੇ ਲਈ ਵੱਡੀ ਖਤਰੇ ਦੀ ਘੰਟੀ ਹੋਵੇਗੀ। ਉਹ ਲਗਾਤਾਰ ਕਰਜ਼ਾ ਦੇਣ ਦੇ ਨਾਂ 'ਤੇ ਕਿਸਾਨੀ ਨੂੰ ਖਤਮ ਕਰਕੇ ਕਾਰਪੋਰੇਟਸ ਦਾ ਜਾਂ ਈਵਨ ਕਿ ਬਾਹਰਲੇ ਮੁਲਕਾਂ ਤੋਂ ਉਹ ਅਨਾਜ ਮੰਗਾਉਣ ਦਾ ਦਬਾਅ ਪਾ ਰਹੇ ਨੇ। ਸੋ ਕਿਉਂਕਿ ਕਾਰਪੋਰੇਟਸ ਦੇ ਉੱਤੇ ਵਿਦੇਸ਼ੀ ਮੁਲਕਾਂ ਦਾ ਉਹਨਾਂ ਦਾ ਇੱਕ ਤਰ੍ਹਾਂ ਨਾਲ ਦਬਾਅ ਹੈ। ਸੋ ਉਹ ਆਪਣੇ ਹਿੱਤਾਂ ਲਈ ਭੁਗਤਦੇ ਨੇ। ਉਹਨਾਂ ਨੂੰ ਇਹ ਹੈਗਾ ਵੀ ਸਾਡੀ ਉਪਜ ਆ ਜਿਹੜੀ ਸਾਡੀ ਕਣਕ, ਝੋਨਾ ਜਾਂ ਹੋਰ ਵੀ ਜੋ ਸਬਜ਼ੀਆਂ ਫਲ ਨੇ ਉਹ ਵਿਦੇਸ਼ਾਂ ਤੋਂ ਮੰਗਾਏ ਜਾਣ, ਆਪਣੀ ਮੰਡੀ 'ਚੋਂ ਨਾ ਚੱਕੇ ਜਾਣ। ਇਸ ਤਰ੍ਹਾਂ ਦੇ ਦਬਾਅ ਹੈ ਜਿਹੜੇ। ਸੋ ਇਹਨਾਂ ਕਾਨੂੰਨਾਂ ਦਾ ਜਸ ਇਹੀ ਨਹੀਂ ਹੈ ਵੀ ਉਹ ਸਾਡੀ ਉਪਜ ਨਹੀਂ ਚੱਕੀ ਜਾਊਗੀ, ਇਹਦੇ ਓਹਲੇ 'ਤੇ ਵੱਡਾ ਇਹ ਹੈਗਾ ਵੀ ਸਮੁੱਚੇ ਮੁਲਕ ਵਿੱਚੋਂ ਹੀ ਕੋਈ ਉਪਜ ਨਹੀਂ ਚੱਕੀ ਜਾਊਗੀ, ਸਾਰਾ ਕੁਝ ਵਿਦੇਸ਼ਾਂ ਤੋਂ ਮੰਗਾਇਆ ਜਾਵੇਗਾ। IMF ਅਤੇ ਵਰਲਡ ਬੈਂਕ ਦੀਆਂ ਜਿਹੜੀਆਂ ਗੁਪਤ ਜਿਹੜੀਆਂ ਸ਼ਰਤਾਂ ਨੇ ਉਹਨਾਂ ਵਿੱਚ ਇਹ ਹੈ ਕਿ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਤੋਂ ਜਿੱਥੇ ਵੱਡੀ ਪੱਧਰ 'ਤੇ ਕਣਕ ਅਤੇ ਹੋਰ ਝੋਨਾ ਵਗੈਰਾ ਜਾਂ ਹੋਰ ਵੀ ਹੋਰ ਉਪਜਾਂ ਹੁੰਦੀਆਂ ਨੇ ਵੀ ਉਹਨਾਂ ਤੋਂ ਮੰਗਾਈਆਂ ਜਾਣ। ਸੋ ਇਹ ਮੁਲਕ ਜਿਹੜਾ ਆਤਮ ਨਿਰਭਰ ਕੀਤਾ ਸੀ ਕਿਸੇ ਟਾਈਮ 'ਤੇ ਪੰਜਾਬ ਨੇ ਜਾਂ ਸਿੱਖਾਂ ਨੇ ਜਾਂ ਹਰਿਆਣੇ ਦੇ ਕਿਸਾਨਾਂ ਨੇ ਜਾਂ ਉੱਤਰ ਪ੍ਰਦੇਸ਼ ਵਿੱਚ ਜਾ ਕੇ ਜਿਸ ਕਿਸਮ ਦੀ ਸਖਤ ਮਿਹਨਤ ਨਾਲ ਇਸ ਨੂੰ ਆਤਮ ਨਿਰਭਰ ਕੀਤਾ ਸੀ। ਸੋ ਸਾਡੇ ਕੋਲ ਇੱਕ 1966 ਦਾ ਪ੍ਰੀਤ ਲੜੀ ਅਖਬਾਰ ਵਿੱਚ ਛਪਿਆ ਹੋਇਆ ਇੱਕ ਸਰਕਾਰੀ ਇਸ਼ਤਿਹਾਰ ਹੈ, 1966 ਦੇ ਕਿਸੇ ਮਹੀਨੇ ਦਾ ਹੈ। ਸੋ ਉਹਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਕਿ ਜਿਹੜੀ ਹਰ ਤੀਜੀ ਰੋਟੀ ਤੁਸੀਂ ਖਾਂਦੇ ਹੋ, ਮੁਲਕ ਵਾਸੀਓ, ਜਿਹੜੀ ਤੀਜੀ ਰੋਟੀ ਤੁਸੀਂ ਖਾਂਦੇ ਹੋ ਉਹ ਵਿਦੇਸ਼ੀ ਕਣਕ ਤੋਂ ਆਉਂਦੀ ਹੈ। ਇਸ ਲਈ ਤੀਜੀ ਰੋਟੀ ਨਾ ਖਾਓ, 2 ਰੋਟੀਆਂ ਨਾਲ ਗੁਜ਼ਾਰਾ ਕਰੋ ਤਾਂ ਕਿ ਜਿਹੜੇ ਵਿਦੇਸ਼ੀ ਮੁਦਰਾ ਹੈ, ਫੋਰਨ ਫੰਡਸ ਆ, ਉਹ ਬਚਾਏ ਜਾ ਸਕਣ। ਸੋ ਉਹਨਾਂ ਵਿਦੇਸ਼ੀ ਮੁਦਰਾ ਨੂੰ ਬਚਾ ਕੇ ਅੱਜ ਜਿਹੜੇ ਅੰਨ ਦੇ ਭੰਡਾਰ ਭਰੇ ਖਾਲਸਾ ਪੰਥ ਨੇ, ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ ਜਾਂ ਸਮੁੱਚੇ ਭਾਰਤ ਦੇ ਮਿਹਨਤਕਸ਼ ਕਿਸਾਨਾਂ ਨੇ, ਤਾਂ ਅੱਜ ਉਹਨਾਂ ਦਾ ਮੂੰਹ ਮੋੜਨ ਲਈ ਕਾਰਪੋਰੇਟਸ ਦੇ ਅਧੀਨ ਹੋ ਕੇ ਜਿਸ ਕਿਸਮ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਹੁਣ ਉਹਨਾਂ ਨੀਤੀਆਂ 'ਤੇ ਇੰਨਾ ਵੱਡਾ ਵਿਰੋਧ ਹੋਣ ਦੇ ਬਾਵਜੂਦ ਵੀ ਜੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤਾਂ ਅਸੀਂ ਸਮਝ ਸਕਦੇ ਹਾਂ ਬਈ ਉਹ ਆਪ ਬਹੁਤ ਵੱਡੇ ਜੰਜਾਲ ਵਿੱਚ ਫਸੀ ਹੋਈ ਹੈ। ਸੋ ਇਸ ਕਰਕੇ
ਉਹਨਾਂ ਨੇ ਜਿਸ ਕਿਸਮ ਦੀ ਧੌਂਸ ਵਾਲੀ ਰਾਜਨੀਤੀ, ਹੰਕਾਰ ਵਾਲੀ ਰਾਜਨੀਤੀ ਅਤੇ ਦਹਿਸ਼ਤ ਵਾਲੀ ਰਾਜਨੀਤੀ ਕੀਤੀ ਹੈ, ਉਸ ਦਹਿਸ਼ਤ ਵਾਲੀ ਰਾਜਨੀਤੀ ਦੀ ਪਿੱਠ ਭੂਮੀ ਵਿੱਚ ਹੀ ਉਹ ਪੰਜਾਬ ਦੇ ਕਿਸਾਨਾਂ ਨੂੰ ਡਰਾਉਣ ਦਾ ਯਤਨ ਕਰ ਰਹੇ ਹਨ। ਪਰ ਜਿਸ ਕਿਸਮ ਨਾਲ ਖਾਲਸਾ ਪੰਥ ਨੇ ਦਿੱਲੀ ਨੂੰ ਘੇਰ ਲਿਆ ਹੋਇਆ ਹੈ, ਭਾਈ ਬਘੇਲ ਸਿੰਘ ਤੋਂ ਬਾਅਦ 19ਵੀਂ ਵਾਰ ਇਸ ਵੇਲੇ ਦਿੱਲੀ ਨੂੰ ਜੋ ਘੇਰਾ ਪਿਆ ਹੋਇਆ ਹੈ, ਅਸੀਂ ਸਮਝਦੇ ਹਾਂ ਕਿ ਉਹ ਕਿਸੇ ਫੈਸਲਾਕੁੰਨ ਦੌਰ ਵਿੱਚ ਜਾ ਕੇ ਹੀ ਖਤਮ ਹੋਵੇਗਾ। ਸਰਕਾਰ ਨੂੰ ਝੁਕਣਾ ਪਵੇਗਾ, ਪਰ ਇਹਦੇ ਵਿੱਚੋਂ ਅੰਤਰਰਾਸ਼ਟਰੀ ਪੱਧਰ 'ਤੇ ਜੋ ਭਾਰਤ ਸਰਕਾਰ 'ਤੇ ਦਬਾਅ ਪੈ ਰਿਹਾ ਹੈ, ਉਹਨੂੰ ਵੱਡੀ ਪੱਧਰ 'ਤੇ ਦੇਖਣਾ ਚਾਹੀਦਾ ਹੈ। ਉਹ ਵੱਡੇ ਦਬਾਅ ਵਿੱਚ ਹਨ। ਭਾਰਤ ਦੀ ਆਰਥਿਕਤਾ ਨਕਾਰਾਤਮਕ ਸਿਸਟਮ ਵੱਲ ਵੱਧ ਰਹੀ ਹੈ। ਵੱਡੀ ਪੱਧਰ 'ਤੇ ਅਗਲੇ ਸਾਲਾਂ ਦੌਰਾਨ ਜਿਹੜੀਆਂ ਲੋਕਾਂ ਦੀਆਂ ਨੌਕਰੀਆਂ ਨੇ ਉਹ ਜਾਣਗੀਆਂ, ਬਹੁਤ ਵੱਡੀ ਪੱਧਰ 'ਤੇ ਅਨਪਲਾਇਮੈਂਟ ਜਿਹੜੀ ਉਹ ਹੋਵੇਗੀ। ਸੋ ਇਸ ਨਾਲ ਇਹ ਬਹੁਤ ਵੱਡਾ ਕੁਚੱਕਰ ਵਿੱਚ ਫਸ ਗਏ ਹੋਏ ਆ ਭਾਰਤ ਸਰਕਾਰ। ਇਸੇ ਕਰਕੇ ਉਹ ਖੇਤੀ ਕਾਨੂੰਨਾਂ ਵਿੱਚ ਇੰਨਾ ਦਬ ਪਾ ਰਹੇ ਆ। ਲੋਕ ਸਭਾ ਵਿੱਚ ਬਹੁ ਗਿਣਤੀ ਹੋਣ ਕਾਰਨ ਉੱਥੇ ਪਾਸ ਕਰ ਲਿਆ ਗਿਆ, ਪਰ ਰਾਜ ਸਭਾ ਵਿੱਚ ਜਿਸ ਤਰ੍ਹਾਂ ਗੁੰਡਾਗਰਦੀ ਕਰਕੇ ਪਾਸ ਕਰਵਾਇਆ ਗਿਆ, ਉਸ ਤੋਂ ਸਮਝ ਆਉਂਦਾ ਹੈ ਕਿ ਉਹ ਕਿੰਨੇ ਵੱਡੇ ਦਬਾਅ ਵਿੱਚ ਹਨ। ਸੋ ਆਰਥਿਕ ਤੌਰ 'ਤੇ ਜਿਸ ਕਿਸਮ ਦੀਆਂ ਮੁਸ਼ਕਲਾਂ ਦੇਸ਼ ਵਿੱਚ ਹਨ, ਉਸ ਦੇ ਚੱਲਦੇ ਹੀ ਮੋਦੀ ਸਰਕਾਰ ਹਾਲੇ ਵੀ ਕਿਸਾਨਾਂ ਦੀ ਮੰਗ ਨਹੀਂ ਮੰਨ ਰਹੀ। ਪਰ ਸਾਨੂੰ ਲੱਗਦਾ ਹੈ ਕਿਸਾਨੀ ਘੋਲ ਆ ਜਿਹੜਾ ਕਿਤੇ ਨਾ ਕਿਤੇ ਜਾ ਕੇ ਸਫਲ ਹੋਵੇਗਾ ਅਤੇ ਸਰਕਾਰ 'ਤੇ ਦਬਾਅ ਪਾ ਕੇ ਆਪਣੀਆਂ ਮੰਗਾਂ ਮਨਵਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। प्राइड पंजाब टीवी सब्सक्राइब करना ना भूलना।